ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ। ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਜੀ ਦਾ ਬਿਲਾਵਲ ਰਾਗ ਦੇ ਅੰਦਰ ਹੈ, ਜੋ ਅੱਜ ਦੀ ਲੜੀ ਦੇ ਅੰਦਰ ਪਰੋਤਾ ਜਾਣਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਨੇ ਕੁਝ ਇੱਕ ਨੁਕਤਿਆਂ ਦੇ ਨਾਲ ਸੱਚੇ ਸਤਿਗੁਰ ਦੀ ਸੰਗਤ ਦੇ ਵਿੱਚ ਆਣ ਕੇ ਜੋ ਮਨੁੱਖਾ ਜੀਵਨ ਦੇ ਵਿੱਚ ਪਰਿਵਰਤਨ ਹੁੰਦਾ ਹੈ ਉਹ ਸਾਨੂੰ ਸਮਝਾਉਣਾ ਕੀਤਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਪਹਿਲਾ ਨੁਕਤਾ ਹੈ ਹਰ ਹਰ ਨਾਮ ਸੀਤਲ ਜਲ ਧਿਆਵੋ। ਪਹਿਲਾ ਨੁਕਤਾ ਜਿਹੜਾ ਇਹ ਠੰਡੇ ਪਾਣੀ ਦਾ ਹੈ। ਦੂਜਾ ਨੁਕਤਾ ਹੈ ਜੋ ਹਰ ਚੰਦਨ ਵਾਸ ਸੁਗੰਧ ਗਦਈਆ, ਇਹ ਚੰਦਨ ਦਾ ਦਿੱਤਾ ਹੋਇਆ ਹੈ। ਠੰਡਾ ਜਲ ਹੈ। ਕਿਸੇ ਨੂੰ ਵੀ ਪਿਆਸ ਲੱਗੀ ਹੋਵੇ, ਪਿਆਸਾ ਮਨੁੱਖ ਜਿਹੜਾ ਉਹਦੀ ਪਿਆਸ ਦੂਰ ਹੋ ਜਾਂਦੀ ਹੈ। ਠੰਡੇ ਜਲ ਨੇ ਪਿਆਸ ਨੂੰ ਦੂਰ ਕਰਨ ਦੇ ਲਈ ਕਦੀ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਠੰਡੇ ਜਲ ਨੇ ਕਦੇ ਇਹ ਨਹੀਂ ਪੁੱਛਿਆ ਵੀ ਤੂੰ ਪਾਪੀ ਹੈ ਕਿ ਤੂੰ ਪੁੰਨੀ ਹੈ। ਕਿਤਨੀ ਸਮਾਨਤਾ ਹੈ ਠੰਡੇ ਜਲ ਦੇ ਵਿੱਚ। ਇਸ ਨੇ ਜੋ ਵੀ ਪਿਆਸਾ ਇਸ ਨੂੰ ਪੀ ਲੈਂਦਾ ਹੈ ਉਸ ਦੀ ਪਿਆਸ ਨੂੰ ਦੂਰ ਕੀਤਾ ਹੈ। ਤੇ ਦੂਸਰਾ ਜਿਹੜਾ ਨੁਕਤਾ ਹੈ ਉਹ ਚੰਦਨ ਦਾ ਹੈ। ਬਾਮਨ ਚੰਦਨ, ਇਹਦਾ ਜਿਹੜਾ ਆਕਾਰ ਹੈ, ਕੱਦ ਹੈ, ਉਹ 52 ਉਂਗਲਾਂ ਦਾ ਹੁੰਦਾ ਹੈ। ਇਸ ਕਰਕੇ ਇਸ ਨੂੰ ਬਾਮਨ ਚੰਦਨ ਆਖਦੇ ਨੇ। ਚੰਦਨ ਕੋਈ ਇੱਕ ਪ੍ਰਕਾਰ ਦਾ ਨਹੀਂ, ਚੰਦਨ ਕਈ ਪ੍ਰਕਾਰ ਦੇ ਨੇ। ਇੱਕ ਚੰਦਨ ਹੈ ਉਹ ਪੂਰਾ ਰੁੱਖ ਬਣ ਜਾਂਦਾ ਹੈ, ਤੇ ਇਹ ਚੰਦਨ ਨੇ ਜਿਹੜਾ ਇਹ ਰੁੱਖ ਨਹੀਂ ਬਣਦਾ, ਛੋਟਾ ਜਿਹਾ ਬੂਟਾ ਰਹਿ ਜਾਂਦਾ ਹੈ ਜਿਸ ਦਾ ਆਕਾਰ ਕੇਵਲ 52 ਉਂਗਲਾਂ ਦਾ ਹੁੰਦਾ ਹੈ। ਲੇਕਿਨ ਇਸ ਦੇ ਅੰਦਰ ਗੁਣ ਇਤਨਾ ਵਿਦਵਾਨ ਹੈ ਕਿ ਇਸ ਦੀ ਜਿਹੜੀ ਸੁਗੰਧੀ ਹੈ, ਜਦੋਂ ਹਵਾ ਇਸ ਦੀ ਸੁਗੰਧੀ ਦੇ ਨਾਲ ਇਸ ਦੇ ਸਰੀਰ ਦੇ ਨਾਲ ਸਪਰਸ਼ ਕਰਕੇ ਅੱਗੇ ਗੁਜ਼ਰਦੀ ਹੈ, ਇਹ ਉਸ ਹਵਾ ਨੂੰ ਸੁਗੰਧੀ ਦੇ ਨਾਲ ਭਰ ਦਿੰਦਾ ਹੈ। ਫਿਰ ਉਸ ਹਵਾ ਦੇ ਵਿੱਚ ਉਹ ਸੁਗੰਧੀ ਹੈ ਜਿਹੜੀ ਦੂਜੇ ਰੁੱਖ ਲੈ ਲੈਂਦੇ ਨੇ ਤੇ ਉਹਨਾਂ ਦੇ ਵਿੱਚ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਦੱਸਦੇ ਨੇ ਸਤ ਸੰਗਤ ਜਿਹੜੀ, ਇਸ ਦੇ ਵਿੱਚ ਜੋ ਨਾਮ ਹੈ ਇਹ ਸੀਤਲ ਜਲ ਦੀ ਤਰ੍ਹਾਂ ਨਾਮ ਦੇ ਪਿਆਸਿਆਂ ਦੀ ਜੋ ਤ੍ਰਿਸ਼ਨਾ ਹੈ, ਅੰਦਰ ਪਿਆਸ ਹੈ, ਉਸ ਨੂੰ ਦੂਰ ਕਰਦੀ ਹੈ। ਸਤ ਸੰਗਤ ਦੇ ਵਿੱਚ ਅਸੀਂ ਆਉਂਦੇ ਹਾਂ। ਸਤ ਸੰਗਤ ਦੇ ਵਿੱਚ ਸਾਰੇ ਇੱਕ ਨਾਲ ਦੇ ਨਹੀਂ ਹੁੰਦੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਦੀ ਕਦਾਈ ਆਉਣ ਵਾਲੇ ਨੇ, ਕੁਝ ਇਸ ਤਰ੍ਹਾਂ ਦੇ ਨੇ ਜਿਹੜੇ ਨਿਤਨੇਮੀ ਨੇ, ਹਰ ਰੋਜ਼ ਆਉਣ ਵਾਲੇ ਨੇ। ਕੁਝ ਭਾਵਨਾ ਦੇ ਨਾਲ ਆਉਂਦੇ ਨੇ, ਕੁਝ ਮੰਗ ਦੇ ਨਾਲ ਆਉਂਦੇ ਨੇ। ਹਰ ਪ੍ਰਕਾਰ ਦਾ ਇਸ ਕਲਾਸ ਦੇ ਅੰਦਰ, ਇਸ ਸਤ ਸੰਗਤ ਦੇ ਅੰਦਰ ਪ੍ਰਾਣੀ ਬੈਠਾ ਹੈ। ਇੱਥੇ ਪਹਿਲੀ ਜਮਾਤ ਦਾ ਵੀ ਵਿਦਿਆਰਥੀ ਅਤੇ ਇੱਥੇ BA ਵਾਲਾ ਵੀ ਹੈ। ਧੰਨ ਗੁਰੂ ਮਹਾਰਾਜ ਜੀ ਦਾ ਪਾਵਨ ਨਾਮ ਜੋ ਸਤ ਸੰਗਤ ਦੇ ਵਿੱਚ ਅਸੀਂ ਰਲ ਮਿਲ ਕੇ ਗੁਰੂ ਜੀ ਦੇ ਨਾਮ ਦੀਆਂ ਵਡਿਆਈਆਂ ਕਰਦੇ ਹਾਂ। ਹਰ ਨਾਮ ਦੇ ਪਿਆਸੇ ਦੀ ਇਹ ਨਾਮ ਪਿਆਸ ਮਿਟਾਉਂਦਾ ਹੈ। ਨਾਮ ਨੇ, ਸਤ ਸੰਗਤ ਨੇ ਕਦੀ ਕਿਸੇ ਨੂੰ ਇਹ ਨਹੀਂ ਆਖਿਆ ਤੂੰ ਇੱਥੇ ਨਹੀਂ ਬੈਠ ਸਕਦਾ, ਤੂੰ ਪਾਪੀ ਹੈ। ਹਾਂ, ਪਹਿਲੂ ਸਮਾਂ ਸੀ ਜਦੋਂ ਬ੍ਰਾਹਮਣਾਂ ਨੇ ਸਾਡੇ ਵਿੱਚ ਵਿਤਕਰਾ ਪੇਸ਼ ਕੀਤਾ ਸੀ, ਉਦੋਂ ਕਹਿੰਦੇ ਸਨ ਸ਼ੂਦਰ ਹੈ ਨਾ ਜਿਹੜਾ, ਇਹ ਮੰਦਰ ਦੇ ਵਿੱਚ ਨਹੀਂ ਆ ਸਕਦਾ, ਇਹ ਸਤ ਸੰਗਤ ਨਹੀਂ ਕਰ ਸਕਦਾ, ਸਤ ਸੰਗਤ ਦੇ ਵਿੱਚ ਨਹੀਂ ਬੈਠ ਸਕਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ਦਾ ਨਾਰਾ ਲਾਇਆ ਵੀ ਜਿਹੜਾ ਮਨੁੱਖ ਹੈ ਨਾ ਉਹ ਸਾਰੇ ਇੱਕ ਨਾਲ ਦੇ ਨੇ। ਤੇ ਜਿਹੜਾ ਕਾਮੀ ਸ਼ੂਦਰਾਂ ਵਾਲੇ ਨੀਚ ਕਰਮ ਕਰਦਾ ਉਹ ਸ਼ੂਦਰ ਹੈ, ਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਬ੍ਰਹਮ ਦੀ ਵਿਚਾਰ ਵਾਲਾ ਬ੍ਰਾਹਮਣ ਹੈ। ਭਗਤ ਕਬੀਰ ਜੀ ਨੇ ਤੇ ਸ਼ਰੇਆਮ ਹੀ ਕਹਿ ਦਿੱਤਾ ਸੀ, ਆਪਣੇ ਸ਼ਬਦਾਂ ਦੇ ਅੰਦਰ ਨਾਰਾ ਲਾ ਦਿੱਤਾ ਸੀ, ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜਿਹੜੇ ਪ੍ਰਭੂ ਦਾ ਨਾਮ ਲੈਂਦੇ ਨੇ ਨਾ ਉਹ ਬ੍ਰਾਹਮਣ ਨੇ। ਇਸ ਤਰ੍ਹਾਂ ਕਿੱਤੇ ਦੇ ਨਾਲ ਜੁੜ ਕੇ
ਜਿਹੜੀਆਂ ਵੰਡੀਆਂ ਪਾਈਆਂ ਗਈਆਂ ਨੇ, ਇਹਨੂੰ ਭਗਤ ਕਬੀਰ ਜੀ ਕਹਿੰਦੇ ਸਨ ਅਸੀਂ ਨਹੀਂ ਮੰਨਦੇ। ਜਿਹੜਾ ਪਰਮਾਤਮਾ ਦਾ ਨਾਮ ਜਪੇਗਾ, ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜੇਗਾ, ਉਹਨੂੰ ਅਸੀਂ ਉਸ ਪਰਮਾਤਮਾ ਦਾ ਨਾਮ ਲੈਣ ਵਾਲਾ, ਬ੍ਰਹਮ ਦੇ ਗਿਆਨ ਵਾਲਾ ਆਖਾਂਗੇ। ਬ੍ਰਾਹਮਣ ਦਾ ਅਰਥ ਹੁੰਦਾ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਵਾਲਾ, ਜਿਹਨੂੰ ਬ੍ਰਹਮ ਪਰਮਾਤਮਾ ਦਾ ਗਿਆਨ ਹੈ। ਸੋ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਵੀ ਸਤ ਸੰਗਤ ਦੀ ਵਡਿਆਈ ਕਰਦੇ ਹੋਏ ਇਸ ਪਾਵਨ ਅਸ਼ਟਪਦੀ ਦੇ ਅੰਦਰ ਇੱਕ ਸਮਾਨਤਾ ਦੱਸਦੇ ਨੇ ਵੀ ਇੱਥੇ ਕੋਈ ਵੀ ਜਾਤ ਦਾ ਤੇ ਕਿਸੇ ਤਰ੍ਹਾਂ ਦਾ ਵੀ ਪ੍ਰਾਣੀ ਆਣ ਕੇ ਜਦੋਂ ਬੈਠ ਜਾਂਦਾ ਹੈ, ਪਰ ਸ਼ਰਤ ਹੈ ਉਹਦੇ ਅੰਦਰ ਪਿਆਸ ਹੋਵੇ। ਜਲ ਕਿਤਨਾ ਵੀ ਠੰਡਾ ਹੋਵੇ, ਕਿਤਨਾ ਵੀ ਨਿਰਮਲ ਹੋਵੇ, ਕਿਤਨਾ ਵੀ ਸਵਾਦਿਸ਼ਟ ਹੋਵੇ, ਤੇ ਜੇ ਪਿਆਸ ਨਾ ਲੱਗੀ ਹੋਵੇ ਨਾ, ਤੇ ਜਲ ਦਾ ਗਲਾਸ ਲੈ ਕੇ ਆਉਣ ਵਾਲੇ ਨੂੰ ਅਸੀਂ ਕਹਿ ਦਿੰਦੇ ਹਾਂ ਨਹੀਂ ਪੀਣਾ, ਲੈ ਜਾ ਤੂੰ। ਉਹ ਗਲਾਸ ਭਰਿਆ ਜਲ ਦਾ ਵਾਪਸ ਲੈ ਜਾਂਦਾ ਹੈ। ਤੇ ਜੇ ਪਿਆਸ ਹੋਵੇ ਤੇ ਫਿਰ ਆਪ ਕਹੀਦਾ ਗੁਰਮੁਖਾ ਜਲ ਛਕਾ ਦੇ। ਇਸੇ ਤਰ੍ਹਾਂ ਸੰਗਤ ਦੇ ਅੰਦਰ ਜਿਹਦੇ ਅੰਦਰ ਪਿਆਸ ਹੈ, ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਉਹਦੀ ਪਿਆਸ ਸੰਗਤ ਦੇ ਵਿੱਚ ਆਣ ਕੇ ਦੂਰ ਹੋ ਜਾਂਦੀ ਹੈ। ਤੇ ਸੰਗਤ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਜਿਹੜੇ ਇਹ ਚੰਦਨ ਦੀ ਤਰ੍ਹਾਂ ਨੇ, ਇਹਨਾਂ ਦੇ ਵਿੱਚੋਂ ਨਾਮ ਦੀ ਸੁਗੰਧੀ ਹੈ ਜਿਹੜੀ, ਤੇ ਅਸੀਂ ਬਨਸਪਤੀ ਦੀ ਤਰ੍ਹਾਂ, ਜਿਵੇਂ ਚੰਦਨ ਤੋਂ ਸਾਰੀ ਬਨਸਪਤੀ ਨੂੰ ਸੁਗੰਧੀ ਮਿਲਦੀ ਹੈ, ਉਵੇਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਇਹਦੇ ਵਿੱਚੋਂ ਵੀ ਸੰਗਤਾਂ ਨੂੰ ਨਾਮ ਦੀ ਸੁਗੰਧੀ ਪ੍ਰਾਪਤ ਹੁੰਦੀ ਹੈ। ਭਗਤ ਤੁਲਸੀਦਾਸ ਜੀ ਹੋਏ ਨੇ, ਉਹਨਾਂ ਨੇ ਰਮਾਇਣ ਲਿਖੀ ਹੈ। ਉਹਦੇ ਵਿੱਚ ਨਾ ਉਹਨਾਂ ਨੇ 1-2 ਸ਼ਲੋਕ ਲਿਖੇ ਨੇ, ਉਹ ਆਪ ਜੀ ਦੀ ਸੇਵਾ ਵਿੱਚ ਮੈਂ ਹਾਜ਼ਰ ਕਰਾਂ, ਫਿਰ ਥੋੜ੍ਹੀ ਜਿਹੀ ਜ਼ਿਆਦਾ ਸਮਝ ਆ ਜਾਵੇਗੀ। ਭਗਤ ਤੁਲਸੀ ਜੀ ਲਿਖਦੇ ਨੇ, ਉਪਜੇ ਏਕ ਸੰਗ ਜਲ ਮਾਹੀ। ਪਾਣੀ ਹੈ, ਚਿੱਕੜ ਹੈ, ਇਹਦੇ ਇੱਕ ਦੇ ਵਿੱਚੋਂ 2 ਚੀਜ਼ਾਂ ਪੈਦਾ ਹੁੰਦੀਆਂ ਨੇ। ਉਹ ਕਿਹੜੀਆਂ 2 ਚੀਜ਼ਾਂ ਪੈਦਾ ਹੁੰਦੀਆਂ ਨੇ, ਉਹਨਾਂ ਦੇ ਨਾਮ ਫਿਰ ਦੱਸਦੇ ਨੇ। ਜਲਜ, ਜਲਜ ਕਹਿੰਦੇ ਨੇ ਕਮਲ ਨੂੰ, ਕਿਉਂਕਿ ਇਹਦਾ ਜੀਵਨ ਹੈ ਜਿਹੜਾ ਇਹ ਜਲ ਦੇ ਨਾਲ ਹੁੰਦਾ ਹੈ। ਝੋਨੇ ਦੇ ਵਿੱਚੋਂ ਤਾਂ ਜੇ ਕਿਤੇ ਪਾਣੀ ਸੁੱਕ ਜਾਵੇ ਨਾ ਤੇ 8-10 ਦਿਨ ਕੱਢ ਜਾਂਦਾ, ਹੋ ਸਕਦਾ 15 ਦਿਨ ਵੀ ਕੱਢ ਜਾਂਦਾ ਹੋਵੇ, ਪਰ ਇਹ ਕਮਲ ਹੈ ਜਿਹੜਾ ਇਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਪਾਣੀ ਦੇ ਵਿੱਚ ਹੀ ਰਹੇਗਾ। ਇਹਨੂੰ ਜਲਜ ਆਖਦੇ ਨੇ। ਜਲਜ ਜਲ ਦੇ ਵਿੱਚੋਂ ਜੰਮਿਆ ਤੇ ਜਲ ਦੇ ਵਿੱਚ ਇਸ ਦਾ ਜੀਵਨ ਹੈ। ਭਗਤ ਤੁਲਸੀ ਜੀ ਲਿਖਦੇ ਨੇ ਕਿ ਸਤ ਸੰਗਤ ਜਿਹੜੀ ਇਹ ਜਲ ਹੈ, ਤੇ ਇਸ ਜਲ ਦੇ ਵਿੱਚ ਜਿਹੜੇ ਨੇ 2 ਤਰ੍ਹਾਂ ਦੇ ਪ੍ਰਾਣੀ ਆਉਂਦੇ ਨੇ। ਜਿਵੇਂ ਇਹਨੇ ਬਾਹਰ ਦਾ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਲਿਖਦਾ ਹੈ ਉਪਜੇ ਏਕ ਸੰਗ ਜਲ ਮਾਹੀ। ਪਾਣੀ ਦੇ ਵਿੱਚੋਂ 2 ਚੀਜ਼ਾਂ ਇਸ ਤਰ੍ਹਾਂ ਪੈਦਾ ਹੁੰਦੀਆਂ ਨੇ, ਉਹਨਾਂ ਦੇ ਨਾਮ ਨੇ ਜਲਜ ਜੋਕ, ਇੱਕ ਕਮਲ ਤੇ ਦੂਜਾ ਜੋਕ। ਇਹ ਜੋਕ ਜਿਨ੍ਹਾਂ ਟੋਬਿਆਂ ਦੇ ਵਿੱਚ ਥੋੜ੍ਹਾ ਜਿਹਾ ਚਿੱਕੜ ਹੋਵੇ, ਕਈਆਂ ਟੋਬਿਆਂ ਦੇ ਵਿੱਚ ਇਹ ਜੋਕ ਨਾਮ ਦਾ ਇੱਕ ਛੋਟਾ ਜਿਹਾ ਜੀਵ ਇਹ ਹੁੰਦਾ ਹੈ। ਤੇ ਸਾਡੇ ਪਸ਼ੂ ਮੱਝਾਂ ਗਾਵਾਂ ਜਦੋਂ ਪਾਣੀ ਪੀਣ ਜਾਂ ਨਹਾਉਣ ਵਾਸਤੇ ਪ੍ਰਵੇਸ਼ ਕਰਦੀਆਂ ਨੇ, ਫਿਰ ਇਹਨਾਂ ਦਾ ਖੂਨ ਪੀਣ ਵਾਸਤੇ ਨਾ ਇਹ ਉਹਦੇ ਵਿੱਚ ਲੱਗ ਜਾਂਦੇ ਆ, ਉਹਦੀ ਚਮੜੀ ਨੂੰ ਲੱਗ ਕੇ, ਸਰੀਰ ਨੂੰ ਲੱਗ ਕੇ ਉਹਦੇ 'ਚੋਂ ਖੂਨ ਪੀ ਲੈਂਦੇ, ਚੰਬੜ ਜਾਂਦੇ ਆ। ਆਪ ਸਾਰੇ ਜਾਣਦੇ ਹੋਵੇਂਗੇ, ਜੋਕ ਕੋਈ ਨਵਾਂ ਨਾਂ ਨਹੀਂ, ਸਾਡਾ ਸੁਣਿਆ ਹੋਇਆ ਪੁਰਾਣਾ ਨਾਮ ਹੈ। ਕਹਿੰਦਾ 2 ਚੀਜ਼ਾਂ ਪਾਣੀ ਦੇ ਵਿੱਚੋਂ, ਚਿੱਕੜ ਦੇ ਵਿੱਚੋਂ ਪੈਦਾ ਹੁੰਦੀਆਂ ਨੇ, ਇੱਕ ਕਮਲ ਤੇ ਦੂਜੀ ਹੈ ਜੋਕ। ਜਲਜ ਜੋਕ ਜਿਮ ਗੁਣ ਵਿਲਗਾਹੀ। ਗੁਣ ਇਹਨਾਂ ਦੇ ਵੇਖੋ ਅੱਡ-ਅੱਡ ਨੇ। ਜਲ ਦੇ ਵਿੱਚੋਂ 2 ਚੀਜ਼ਾਂ ਪੈਦਾ ਹੋਈਆਂ ਨੇ, ਇੱਕ ਕਮਲ ਹੈ ਤੇ ਦੂਜੀ ਜੋਕ ਹੈ। ਤੇ ਹੁਣ ਇਹਨਾਂ ਦੇ ਗੁਣ ਨੇ ਜਿਹੜੇ ਇਹ ਦੋਵਾਂ ਦੇ ਅੱਡ-ਅੱਡ ਨੇ। ਹੁਣ ਅੱਡ-ਅੱਡ ਗੁਣ ਕਿਹੜੇ ਨੇ? ਕਮਲੇ ਜਿਹੜਾ ਇਹਦੇ ਵਿੱਚੋਂ ਸੁਗੰਧੀ ਪ੍ਰਾਪਤ ਹੁੰਦੀ ਹੈ, ਕਮਲ ਦੇ ਵਿੱਚੋਂ ਸੁੰਦਰਤਾਈ ਸਾਨੂੰ ਮਿਲਦੀ ਹੈ। ਕਮਲ ਜਿਹੜਾ ਸਮਾਜ ਨੂੰ ਸੁੰਦਰਤਾ ਹੀ ਦਿੰਦਾ ਹੈ, ਕਮਲ ਜਿਹੜਾ ਸਮਾਜ ਨੂੰ ਸੁਗੰਧੀ ਦਿੰਦਾ ਹੈ। ਚੁਗਿਰਦਾ ਜਿਹੜਾ ਉਸ ਦਾ ਮਾਹੌਲ ਹੈ ਜਿਹੜਾ ਉਹ ਸੁੰਦਰਤਾਈ ਵਾਲਾ ਵੀ ਬਣਾ ਦਿੰਦਾ ਹੈ, ਤੇ ਚੁਗਿਰਦਾ ਜਿਹੜਾ ਉਸ ਦਾ ਮਾਹੌਲ ਹੈ ਜਿਹੜਾ ਉਹ ਸੁਗੰਧੀ ਵਾਲਾ ਵੀ ਬਣਾ ਦਿੰਦਾ ਹੈ। ਹੁਣ ਸੰਗਤ ਦੇ ਵਿੱਚ ਕਈ ਪ੍ਰਾਣੀ ਇਸ ਤਰ੍ਹਾਂ ਦੇ ਆ ਜਾਂਦੇ ਨੇ, ਉਹ ਸੰਗਤ ਨੂੰ ਸੁਗੰਧਿਤ ਵੀ ਬਣਾ ਦਿੰਦੇ ਨੇ,
ਤੇ ਸੰਗਤ ਦੇ ਵਿੱਚ ਸੁੰਦਰਤਾਈ ਹੈ ਜਿਹੜੀ ਉਹ ਵੀ ਉਹਨਾਂ ਦੇ ਚੁਗਿਰਦੇ ਦੇ ਦੁਆਰੇ ਬਣ ਜਾਂਦੀ ਹੈ। ਤੇ ਜਿਹੜੇ ਜੋਗ ਦੇ ਸੁਭਾਅ ਵਾਲੇ ਹੁੰਦੇ ਨੇ ਉਹਨਾਂ ਦਾ ਕੰਮ ਕੇਵਲ ਖੂਨ ਹੀ ਪੀਣਾ, ਲਹੂ ਪੀਣੀ ਉਹਨਾਂ ਨੇ, ਉਹ ਫਿਰ ਜੋਗ ਦੀ ਤਰ੍ਹਾਂ ਲੱਗ ਜਾਂਦੇ ਨੇ ਤੇ ਇਕੱਲਾ ਖੂਨ ਹੀ ਪੀਂਦੇ ਨੇ। ਜਲਜ ਜੋਕ ਜਿਮ ਗੁਣ ਬਿਲਗਾਹੀ, ਜਿਵੇਂ ਜਲ ਦੇ ਵਿੱਚੋਂ ਦੋ ਜੀਵ ਪੈਦਾ ਹੋਏ ਨੇ, ਇੱਕ ਹੈ ਕਮਲ ਤੇ ਦੂਜੀ ਹੈ ਜੋਕ, ਤੇ ਸੁਭਾਅ ਵੇਖੋ ਦੋਵਾਂ ਦੇ ਅੱਡ ਅੱਡ ਨੇ, ਉਹ ਮੈਂ ਆਪ ਜੀ ਨਾਲ ਸਾਂਝੇ ਕਰ ਲਏ ਨੇ। ਅੱਗੇ ਲਿਖਦਾ ਹੈ ਸੁਦਾ ਸੁਰਾ ਸਮ ਸਾਧ ਅਸਾਧੂ। ਸੁਦਾ ਸੁਰਾ ਜਿਵੇਂ ਅੰਮ੍ਰਿਤ ਤੇ ਸ਼ਰਾਬ ਹੈ ਨਾ, ਇਸ ਤਰ੍ਹਾਂ ਵੇਖੋ ਹੈ ਦੋਵੇਂ ਤਰਲ ਪਦਾਰਥ। ਅੰਮ੍ਰਿਤ ਹੈ ਜਿਹੜਾ ਉਹ ਵੀ ਤਰਲ ਪਦਾਰਥ ਹੈ ਤੇ ਸ਼ਰਾਬ ਹੈ ਜਿਹੜੀ ਉਹ ਵੀ ਤਰਲ ਪਦਾਰਥ ਹੈ। ਹੁਣ ਹੈ ਦੋਵੇਂ ਹੀ ਤਰਲ ਪਦਾਰਥ, ਤੇ ਜਦੋਂ ਤੱਕ ਇਹਨਾਂ ਦੇ ਗੁਣਾਂ ਦਾ ਨਾ ਪਤਾ ਹੋਵੇ ਉਦੋਂ ਤੱਕ ਫਿਰ ਆਪਾਂ ਇਹਨਾਂ ਦੇ ਵਿੱਚ ਜਿਹੜਾ ਵਖਰੇਵਾਂ ਹੈ ਉਹ ਨਹੀਂ ਹੱਲ ਕਰ ਸਕਦੇ। ਅੰਮ੍ਰਿਤ ਹੈ ਜਿਹੜਾ ਇਹ ਸਾਨੂੰ ਨਵਾਂ ਜੀਵਨ ਦਿੰਦਾ ਹੈ, ਨਵੀਂ ਜ਼ਿੰਦਗੀ ਦਿੰਦਾ ਹੈ, ਤੇ ਸ਼ੁਰਾ ਜਿਹੜੀ ਸ਼ਰਾਬ ਹੈ ਇਹ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਹੈ ਦੋਵੇਂ ਤਰਲ ਪਦਾਰਥ, ਦੋਵੇਂ ਪਾਣੀ ਦਾ ਰੂਪ ਨੇ, ਦੋਵੇਂ ਚਿੱਟੇ ਪਾਣੀ ਦੀ ਤਰ੍ਹਾਂ ਹੁੰਦੇ ਨੇ, ਪਰ ਅੰਮ੍ਰਿਤ ਦਾ ਬਾਟਾ ਜਿਹੜਾ ਇਹ ਗੁਰਸਿੱਖੀ ਜੀਵਨ ਬਖਸ਼ਿਸ਼ ਕਰਦਾ ਹੈ। ਇਹਦੇ ਨਾਲ ਅਸੀਂ ਗੁਰੂ ਵਾਲੇ ਹੋ ਜਾਂਦੇ ਹਾਂ, ਤੇ ਦੂਜੇ ਪਾਸੇ ਭਾਈ ਫਿਰ ਅਸੀਂ ਆਪ ਹੀ ਜਾਣਦੇ ਹਾਂ ਜਿਹੜੇ ਇਹਦੇ ਵਿੱਚ ਔਗਣ ਨੇ। ਇੱਕ ਹੋਰ ਨੁਕਤਾ ਪੇਸ਼ ਕਰਦਾ, ਸਾਧ ਅਸਾਧੂ। ਸੰਗਤ ਦੇ ਵਿੱਚ ਕਈ ਸਾਧ ਹੁੰਦੇ ਨੇ ਜਿਹੜੇ ਧੰਨ ਗੁਰਬਾਣੀ ਤੋਂ ਗਿਆਨ ਦੀ ਦਾਤ ਪ੍ਰਾਪਤ ਕਰਨ ਵਾਲੇ ਹੁੰਦੇ ਨੇ, ਤੇ ਵੇਖਿਆ ਗਿਆ ਭਈ ਜਦੋਂ ਇਸ ਤਰ੍ਹਾਂ ਵੱਡੇ ਇਕੱਠ ਵੱਠ ਸੰਗਤ ਦੇ ਹੋ ਜਾਂਦੇ ਨੇ ਤੇ ਵਿੱਚ ਜੇਬ ਕਤਰੇ ਵੀ ਹੁੰਦੇ ਨੇ। ਗੁਰੂ ਘਰਾਂ ਦੇ ਵਿੱਚ ਪਹਿਲੋਂ ਨਹੀਂ ਸੀ ਲਿਖਿਆ ਹੁੰਦਾ, ਸਟੇਸ਼ਨਾਂ ਤੇ ਜ਼ਰੂਰ ਲਿਖਿਆ ਹੁੰਦਾ ਸੀ ਭਈ ਜੇਬ ਕਤਰਿਆਂ ਤੋਂ ਸਾਵਧਾਨ ਰਹੋ। ਤੇ ਆ ਪਿਛਲੇ ਦਿਨ ਦਾਸ ਤਖਤ ਦਮਦਮਾ ਸਾਹਿਬ ਜਾ ਕੇ ਆਏ ਤੇ ਮੈਂ ਬੜਾ ਹੈਰਾਨ ਹੋ ਗਿਆ, ਉੱਥੇ ਵੀ ਲਿਖਿਆ ਪਿਆ ਵੀ ਜੇਬ ਕਤਰਿਆਂ ਤੋਂ ਸਾਵਧਾਨ ਰਹੋ। ਮੈਂ ਕਿਹਾ ਹੱਦ ਹੋ ਗਈ, ਪਾਵਨ ਸਥਾਨ ਤੇ ਵੀ ਇਹ ਕੰਮ ਹੋਣ ਲੱਗ ਗਏ। ਹੁਣ ਭਗਤ ਤੁਲਸੀ ਜੀ ਨੇ ਵੇਖੋ ਆਪਣੇ ਸ਼ਬਦਾਂ ਦੇ ਵਿੱਚ ਲਿਖ ਦਿੱਤਾ, ਸਾਧ ਅਸਾਧੂ। ਸੰਗਤ ਦੇ ਵਿੱਚ ਸਾਧੂ ਵੀ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਗਿਆਨ ਦੀ ਦਾਤ ਪ੍ਰਾਪਤ ਕਰਨੀ ਹੁੰਦੀ ਹੈ, ਤੇ ਭਾਈ ਇੱਥੇ ਜੇਬ ਕਤਰੇ ਵੀ ਨੇ ਜਿਨ੍ਹਾਂ ਨੇ ਜੇਬ ਕਤਰਨੀ ਹੈ। ਅੱਗੇ ਇਸ ਚੌਪਈ ਦੀ ਆਖਰੀ ਲਾਈਨ ਦੇ ਵਿੱਚ ਲਿਖਦੇ ਨੇ, ਜਨਕ ਏਕ ਜਗ ਜਲਦ ਅਗਾਧੂ। ਜਨਕ ਦਾ ਅਰਥ ਹੁੰਦਾ ਪੈਦਾ ਕਰਨ ਵਾਲਾ, ਜਨਕ ਏਕ। ਹੁਣ ਇਹਨਾਂ ਨੂੰ ਕੋਈ ਵੱਖੋ ਵੱਖਰਾ ਰੱਬ ਨਹੀਂ ਹੈਗਾ, ਇਹਨਾਂ ਦਾ ਰੱਬ ਜਿਹੜਾ ਦੋ ਰੱਬ ਨਹੀਂ ਹੈਗੇ ਵੀ ਇੱਕ ਨੇ ਸਾਧ ਪੈਦਾ ਕਰ ਦਿੱਤਾ ਤੇ ਦੂਜੇ ਨੇ ਅਸਾਧੂ ਪੈਦਾ ਕਰ ਦਿੱਤਾ, ਇੱਕ ਨੇ ਅੰਮ੍ਰਿਤ ਤਿਆਰ ਕਰ ਦਿੱਤਾ ਤੇ ਦੂਸਰੇ ਰੱਬ ਨੇ ਸ਼ਰਾਬ ਤਿਆਰ ਕਰ ਦਿੱਤੀ, ਇੱਕ ਰੱਬ ਨੇ ਕਮਲ ਪੈਦਾ ਕਰ ਦਿੱਤਾ ਤੇ ਦੂਜੇ ਰੱਬ ਨੇ ਜੋਗ ਪੈਦਾ ਕਰ ਦਿੱਤੀ। ਭਗਤ ਤੁਲਸੀ ਜੀ ਕਹਿੰਦੇ ਨੇ ਅੱਡ ਅੱਡ ਨਹੀਂ ਜੇ ਹੈਗੇ, ਇੱਕੋ ਹੀ ਨੇ। ਜਨਕ ਏਕ, ਇਹਨਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਜਗ ਇਸ ਸੰਸਾਰ ਦੇ ਅੰਦਰ। ਜਨਕ ਏਕ ਜਗ ਜਲਦ ਅਗਾਧੂ, ਤੇ ਹੈ ਕੌਣ? ਜਲਦ ਅਗਾਧੂ ਪਰਮਾਤਮਾ ਨੂੰ ਆਖਿਆ। ਉਹ ਪਰਮਾਤਮਾ ਨੇ ਇਹ ਦੋਵੇਂ ਪੈਦਾ ਕੀਤੇ ਨੇ। ਪੈਦਾਇਸ਼ ਦੋਵਾਂ ਦੀ ਪਰਮਾਤਮਾ ਤੋਂ ਹੋਈ ਹੈ, ਸੱਚੇ ਸਤਿਗੁਰ ਤੋਂ ਹੋਈ ਹੈ। ਅੱਗੇ ਦੋਹਰੇ ਦੇ ਵਿੱਚ ਦਰਜ ਕਰਦੇ ਨੇ, ਸੁਦਾ ਸੁਦਾਕਰ ਸੁਰਸਰੀ ਸਾਧੂ। ਇਹਦੇ ਵਿੱਚ ਵੀ ਸੁਭਾਅ ਦੱਸਿਆ ਹੈ। ਸੁਦਾ ਸੁਦਾਕਰ, ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ, ਸੁਦਾਕਰ ਕਹਿੰਦੇ ਨੇ ਚੰਦ ਨੂੰ। ਕਹਿੰਦੇ ਨੇ ਅੰਮ੍ਰਿਤ ਦਾ ਬਾਟਾ ਵੇਖ ਲਓ, ਅੰਮ੍ਰਿਤ ਵੇਖ ਲਓ ਤੇ ਚੰਦ ਵੇਖ ਲਓ, ਸੁਰਸਰੀ ਤੇ ਗੰਗਾ ਵੇਖ ਲਓ ਤੇ ਸਾਧੂ ਸਾਧੂ ਵੇਖ ਲਓ। ਇਹ ਚਾਰ ਨੇ, ਅੰਮ੍ਰਿਤ ਹੈ ਤੇ ਦੂਸਰਾ ਚੰਦ ਹੈ, ਤੀਸਰੀ ਜਿਹੜੀ ਹੈ ਇਹ ਗੰਗਾ ਹੈ ਤੇ ਚੌਥਾ ਜਿਹੜਾ ਇਹ ਸਾਧੂ ਹੈ। ਇਹਨਾਂ ਸਾਰਿਆਂ ਦਾ ਜਿਹੜਾ ਸੁਭਾਅ ਇਹਨਾਂ ਬੜਾ ਸੀਤਲ ਹੁੰਦਾ ਹੈ, ਬੜੇ ਠੰਡੇ ਸੁਭਾਅ ਵਾਲੇ ਹੁੰਦੇ ਨੇ। ਸੁਦਾ ਅੰਮ੍ਰਿਤ ਜਿਹੜਾ ਇਹ ਵੀ ਮਨੁੱਖ ਦੇ ਅੰਦਰ ਸ਼ਾਂਤੀ ਦੀ ਦਾਤ ਦਿੰਦਾ ਹੈ। ਸੁਦਾਕਰ, ਇਹ ਚੰਦ ਨੂੰ ਸੁਦਾਕਰ ਆਖੇ, ਅੰਮ੍ਰਿਤ ਨੂੰ ਪੈਦਾ ਕਰਨ ਵਾਲਾ। ਅੱਜ ਕੱਲ੍ਹ ਤਾਂ ਸਾਇੰਸ ਵੀ ਮੰਨਣ ਲੱਗ ਗਈ ਹੈ, ਪਰ ਪ੍ਰਾਂਤਰ ਗ੍ਰੰਥ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਲਿਖਤ ਮਿਲਦੀ ਹੈ ਕਿ ਜਦੋਂ ਸੂਰਜ ਦੀਆਂ ਕਿਰਨਾਂ ਆਣ ਕੇ ਚੰਦ ਨੂੰ ਟਕਰਾਉਂਦੀਆਂ ਨੇ, ਚੰਦ ਨੂੰ ਟਕਰਾ ਕੇ ਤੇ ਫਿਰ ਉਹ ਧਰਤੀ ਤੇ ਜਦੋਂ ਪ੍ਰਵੇਸ਼ ਕਰਦੀਆਂ ਨੇ ਤੇ ਚੰਦ ਦੇ ਵਿੱਚੋਂ ਉਹਨਾਂ ਕਿਰਨਾਂ ਦੇ ਰਾਹੀਂ ਅੰਮ੍ਰਿਤ ਆਉਂਦਾ ਹੈ, ਜਿਸ ਦੇ ਨਾਲ ਫਲਾਂ ਦੇ ਵਿੱਚ ਮਿਠਾਸ ਪੈਂਦੀ ਹੈ।
ਪੌਦੇ ਦੇ ਜਿਤਨੇ ਵੀ ਫਲ ਨੇ ਉਹਨਾਂ ਦੇ ਵਿੱਚ ਜੋ ਮਿਠਾਸ ਪੈਂਦੀ ਏ ਇਹ ਚੰਦ ਦੇ ਵਿੱਚੋਂ ਆਈਆਂ ਹੋਈਆਂ ਕਿਰਨਾਂ ਦੇ ਨਾਲ ਪੈਂਦੀ ਏ। ਜੇ ਇਹ ਕਿਰਨਾਂ ਨਾ ਆਉਣ ਤੇ ਫਿਰ ਹੋ ਸਕਦਾ ਇਹਨਾਂ ਵਿੱਚ ਇਹ ਮਿਠਾਸ ਵੀ ਨਾ ਹੋਵੇ। ਤਾਂ ਕਰਕੇ ਇਸ ਨੂੰ ਸੁਦਾਕਰ ਆਖਿਆ, ਅੰਮ੍ਰਿਤ ਭਰਨ ਵਾਲਾ ਚੰਦ ਹੋ ਗਿਆ। ਭਗਤ ਜੀ ਲਿਖਦੇ ਨੇ ਸੁਦਾ ਸੁਦਾਕਰ, ਇੱਕ ਅੰਮ੍ਰਿਤ ਤੇ ਇੱਕ ਚੰਦ। ਚੰਦ ਵੀ ਸੀਤਲਤਾ ਹੀ, ਠੰਡੀਆਂ ਕਿਰਨਾਂ ਦਿੰਦਾ ਹੈ, ਠੰਡੀ ਚਾਨਣੀ ਦਿੰਦਾ ਹੈ। ਸੁਰਸਰੀ ਤੇ ਗੰਗਾ ਜਿਹੜੀ ਇਹਦਾ ਜਲ ਵੀ ਪਵਿੱਤਰ ਹੈ, ਇਹ ਵੀ ਪਵਿੱਤਰ ਹੈ। ਸਾਧੂ ਹੈ ਜਿਹੜਾ ਇਹ ਵੀ ਬੜਾ ਸੀਤਲ ਸੁਭਾਅ ਦਾ ਹੁੰਦਾ ਹੈ। ਇਹ ਚਾਰਾਂ ਦੇ ਸੁਭਾਅ ਕਿੰਨੇ ਚੰਗੇ ਨੇ। ਅੱਗੇ ਲਿਖਦੇ ਨੇ ਗਰਲ, ਗਰਲ ਕਹਿੰਦੇ ਨੇ ਜ਼ਹਿਰ ਨੂੰ, ਅਨਲ, ਅਨਲ ਕਹਿੰਦੇ ਨੇ ਅੱਗ ਨੂੰ, ਤੇ ਕਲਮਲ ਕਹਿੰਦੇ ਨੇ ਦੁਸ਼ਟ ਮਨੁੱਖ ਨੂੰ ਜਿਹਦੇ ਮਨ ਦੇ ਵਿੱਚ ਮੈਲ ਹੋਵੇ। ਸਰਵਿਆਦੂ ਕਹਿੰਦੇ ਨੇ ਇਹ ਜਿਹੜੇ ਚਾਰ ਨੇ ਨਾ, ਇਹ ਚਾਰ ਜਿਹੜੇ ਨੇ ਇਹਨਾਂ ਦਾ ਸੁਭਾਅ ਇਹਨਾਂ ਦੇ ਬਿਲਕੁਲ ਉਲਟ ਹੈ। ਜ਼ਹਿਰ ਜਿਹੜਾ ਇਹ ਵੀ ਜਿਹੜਾ ਮਨੁੱਖ ਪੀ ਲੈਂਦਾ ਹੈ ਇਸ ਦੇ ਅੰਦਰ ਅੱਗ ਮਚਾ ਦਿੰਦਾ ਹੈ, ਤੜਫਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਅੱਗ ਜਿਹੜੀ ਇਹ ਵੀ ਸੇਕ ਦੇ ਨਾਲ ਸਾੜਦੀ ਹੈ। ਤੇ ਦੁਸ਼ਟ ਮਨੁੱਖ ਜਿਹੜਾ ਉਹ ਆਪਣੀਆਂ ਬੋਲੀਆਂ ਵਚਨਾਂ ਦੇ ਨਾਲ ਦੂਜਿਆਂ ਨੂੰ ਤਕਲੀਫ ਦਿੰਦਾ ਹੈ। ਵਿਆਦੂ ਤੇ ਜਿਹੜੀ ਕੋਈ ਬਿਮਾਰੀ ਹੈ ਇਹ ਵੀ ਮਨੁੱਖ ਨੂੰ ਤੰਗ ਕਰਦੀ। ਹੁਣ ਇਹਨਾਂ ਦੇ ਸੁਭਾਅ ਜਿਹੜੇ ਨੇ ਇਹ ਹੋਰ ਹਿਸਾਬ ਦੇ ਨੇ ਤੇ ਉੱਪਰਲਿਆਂ ਦੇ ਜਿਹੜੇ ਸੁਭਾਅ ਨੇ ਉਹ ਹੋਰ ਹਿਸਾਬ ਦੇ ਨੇ। ਸੋ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ ਇੱਥੇ ਬ੍ਰਹਣ ਨੁਕਤਿਆਂ ਦੇ ਨਾਲ ਸਾਨੂੰ ਸੱਚੇ ਸਤਿਗੁਰ ਦੀ ਜੋ ਪਾਵਨ ਸੰਗਤ ਹੈ ਜਿਸ ਨੂੰ ਅਸੀਂ ਹਰ ਰੋਜ਼ ਕਰਦੇ ਹਾਂ ਇਸ ਦੀ ਵਡਿਆਈ ਕਰ ਰਹੇ ਨੇ। ਹਰ ਹਰ ਨਾਮ ਸੀਤਲ ਜਲ ਧਿਆਵੋ, ਗੁਰੂ ਸਵਾਰਿਓ ਸਤ ਸੰਗਤ ਦੇ ਵਿੱਚ ਆਵੋ ਤੇ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਜਪਣਾ ਕਰੋ। ਜਿਹੜਾ ਸੀਤਲ ਜਲ ਹੈ, ਪਾਣੀ ਦਾ ਠੰਡੇ ਦਾ ਸੁਭਾਅ ਹੈ, ਜਿਹੜਾ ਵੀ ਪਿਆਸਾ ਇਹਨੂੰ ਪੀਏਗਾ ਉਹਦੀ ਪਿਆਸ ਦੂਰ ਹੋ ਜਾਏਗੀ। ਉਸੇ ਤਰ੍ਹਾਂ ਜਿਹੜਾ ਪਿਆਸ ਦੇ ਨਾਲ, ਚਾਹਨਾ ਦੇ ਨਾਲ, ਇੱਛਾ ਦੇ ਨਾਲ ਨਾਮ ਜਪਦਾ ਹੈ ਨਾ ਉਸ ਦੇ ਅੰਦਰੋਂ ਵੀ ਗੁਰੂ ਕਿਰਪਾ ਕਰਦਾ ਹੈ। ਜਿਹੜੀ ਤ੍ਰਿਸ਼ਨਾ ਦੀ ਪਿਆਸ ਹੈ ਉਹਦੀ ਠੰਡੀ ਹੋ ਜਾਂਦੀ। ਦੂਜਾ ਦ੍ਰਿਸ਼ਟਾਂਤ ਗੁਰੂ ਮਹਾਰਾਜ ਜੀ ਨੇ ਦਿੱਤਾ, ਹਰ ਚੰਦਨ ਵਾਸ ਸੁਗੰਧ ਗੰਧਈਆ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਹਨਾਂ ਦੇ ਵਿੱਚੋਂ ਨਾਮ ਦੀ ਸੁਗੰਧੀ ਆਉਂਦੀ ਹੈ। ਜਿਵੇਂ ਚੰਦਨ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਤੇ ਉਹ ਆਪਣੇ ਚਗਿਰਦੇ ਦੀ ਵਨਸਪਤੀ ਨੂੰ ਸੁਗੰਧਿਤ ਕਰ ਦਿੰਦਾ ਹੈ, ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਵਿੱਚੋਂ ਨਾਮ ਦੀ ਸੁਗੰਧੀ ਦੇ ਨਾਲ ਸੰਗਤ ਹੈ ਜਿਹੜੀ ਇਹ ਸੁਗੰਧੀ ਵਾਲੀ ਹੋ ਜਾਂਦੀ ਹੈ ਜੀ। ਜਿਨ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਝਿਆ। ਇਹ ਵੀ ਦੋ ਰੁੱਖ ਨੇ। ਹਿਰਡ ਦਾ ਅਰਥ ਹੈ ਇਹਨੂੰ ਆਪਾਂ ਅਰਿੰਡ ਆਖ ਦਿੰਨੇ ਆ, ਤੇ ਪਲਾਸ ਇਹ ਵੀ ਇੱਕ ਰੁੱਖ ਹੈ। ਆਪ ਜਾਣਦੇ ਹੋਵੋਗੇ, ਜੇ ਨਹੀਂ ਜਾਣਦੇ ਤਾਂ ਨਾਮ ਜ਼ਰੂਰ ਸੁਣੇ ਹੋਣਗੇ। ਮਿਲ ਸਤ ਸੰਗਤ ਪਰਮ ਪਦ ਪਾਇਆ। ਪਹਿਲੂ ਗੁਰੂ ਮਹਾਰਾਜ ਜੀ ਨੇ ਦੋ ਨੁਕਤੇ ਦਿੱਤੇ ਨੇ। ਨੁਕਤੇ ਉਹ ਦੋ ਨੇ ਜਿਹੜੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਪਹਿਲਾ ਨੁਕਤਾ ਜਲ ਵਾਲਾ, ਤੇ ਜਲ ਵਾਲਾ ਨੁਕਤਾ ਗੁਰੂ ਮਹਾਰਾਜ ਜੀ ਨੇ ਤਾਂ ਦਿੱਤਾ ਹੈ। ਮੈਂ ਇੱਕ ਵਾਰੀ ਫਿਰ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਾਂ। ਜਿਹਨੂੰ ਪਿਆਸ ਲੱਗੀ ਹੋਵੇ ਨਾ ਪਾਣੀ ਉਹ ਹੀ ਪੀਂਦਾ, ਦੂਜਾ ਪਾਣੀ ਨਹੀਂ ਪੀਂਦਾ। ਕਿਤਨਾ ਵੀ ਠੰਡਾ ਪਾਣੀ ਹੋਵੇ, ਕਿਤਨਾ ਵੀ ਸਵਾਦਲਾ ਹੋਵੇ, ਤੇ ਜੇ ਪਿਆਸ ਨਹੀਂ ਲੱਗੀ ਨਾ ਤੇ ਫਿਰ ਜਿਹੜਾ ਗੁਰੂ ਸਵਾਰਾ ਪਾਣੀ ਲੈ ਕੇ ਆਉਂਦਾ ਨਾ ਅਸੀਂ ਉਹਨੂੰ ਕਹਿ ਦਿੰਦੇ ਲੈ ਜਾ, ਨਹੀਂ ਪੀਣਾ ਨਹੀਂ ਹੈਗਾ, ਫਿਰ ਪੀ ਲਾਂਗੇ, ਪਿਆਸ ਨਹੀਂ ਹੈਗੀ। ਇਸੇ ਤਰ੍ਹਾਂ ਜਿੰਦੇ ਅੰਦਰ ਨਾਮ ਦੀ ਪਿਆਸ ਏ, ਸਤ ਸੰਗਤ ਦੇ ਵਿੱਚ ਆਇਆ ਉਸ ਦਾ ਸਫਲ ਜੇ। ਮੈਂ ਸ਼ੰਕਾ ਹੀ ਨਾ ਕਰਾਂ, ਖੁਲਾਸੇ ਦੇ ਨਾਲ ਖੁੱਲ੍ਹਾ ਹੋ ਕੇ ਆਪ ਜੀ ਨੂੰ ਦੱਸਾਂ, ਜਿੰਦੇ ਅੰਦਰ ਨਾਮ ਦੀ ਪਿਆਸ ਏ ਨਾ, ਜਿਹੜਾ ਨਾਮ ਦੀ ਭੁੱਖ ਵਾਲਾ ਏ, ਗੁਰੂ ਰਾਮਦਾਸ ਜੀ ਕਹਿੰਦੇ ਨੇ ਉਹ ਗੁਰੂ ਸਵਾਰਾ ਜਿਹੜਾ ਉਹਨੂੰ ਸਤ ਸੰਗਤ ਦੇ ਵਿੱਚੋਂ ਲਾਹਾ ਪ੍ਰਾਪਤ ਹੁੰਦਾ ਹੈ। ਤੇ ਦੂਸਰਾ ਦ੍ਰਿਸ਼ਟਾਂਤ ਦਿੱਤਾ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ, ਉਹ ਦਿੱਤਾ ਸਾਨੂੰ ਚੰਦਨ ਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਇਹਨਾਂ ਵਿੱਚੋਂ ਸੁਗੰਧੀ ਹੈ ਜਿਹੜੀ ਉਹ ਸੁਗੰਧੀ ਆਉਂਦੀ ਹੈ ਨਾਮ ਦੀ। ਜਿਵੇਂ ਚੰਦਨ ਦੀ ਸੁਗੰਧੀ ਦੇ ਨਾਲ ਚੁਕਿਰਦੀ ਵਨਸਪਤੀ ਜਿਹੜੀ ਹੈ ਉਹ ਸੁਗੰਧਿਤ ਹੋ ਜਾਂਦੀ ਹੈ, ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਵਿੱਚੋਂ ਨਾਮ ਦੀ ਸੁਗੰਧੀ ਦੇ ਨਾਲ ਸੰਗਤ ਹੈ ਜਿਹੜੀ ਇਹ ਸੁਗੰਧਿਤ ਹੋ ਜਾਂਦੀ ਹੈ। ਹੁਣ ਇੱਥੇ ਗੁਰੂ ਜੀ ਨੇ ਦੋ ਰੁੱਖਾਂ ਦਾ ਜ਼ਿਕਰ ਹੋਰ ਕੀਤਾ, ਇੱਕ ਅਰਿੰਡ ਤੇ ਦੂਜਾ ਪਲਾਸ। ਇਹਨਾਂ ਵਿੱਚ ਕੀ ਔਗਣ ਨੇ? ਅਰਿੰਡੇ ਜਿਹੜਾ ਇਹ ਬੜਾ ਕੜਤਣ ਵਾਲਾ ਹੁੰਦਾ ਹੈ। ਅਰਿੰਡੇ ਜਿਹੜਾ ਇਹਦੀ ਕਈਆਂ ਥਾਵਾਂ ਤੇ ਖੇਤੀ ਹੁੰਦੀ ਹੈ, ਕਿਉਂਕਿ ਇਸ ਦੇ ਫਲ ਤੋਂ ਸਾਬਣ ਤਿਆਰ ਹੁੰਦਾ ਜੇ।
ਜਿਹੜੇ ਬਰਾਨੀ ਏਰੀਏ ਨੇ ਨਾ, ਮਾਰੂ ਏਰੀਏ ਨੇ, ਜਿਨ੍ਹਾਂ ਥਾਵਾਂ ਤੇ ਪਾਣੀ ਦੀ ਘਾਟ ਏ, ਉੱਥੇ ਲੋਕੀ ਇਸ ਦੀ ਖੇਤੀ ਕਰਦੇ ਨੇ ਤੇ ਇਸ ਦਾ ਜਿਹੜਾ ਫਲ ਹੁੰਦਾ ਹੈ ਉਹਦੇ ਤੋਂ ਸਾਬਣ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਪਲਾਸ ਜਿਹੜਾ ਇਹ ਬੜਾ ਖੁਸ਼ਕ ਰੁੱਖ ਹੈ, ਇਹ ਵੀ ਖੁਸ਼ਕ ਥਾਵਾਂ ਤੇ ਹੁੰਦਾ ਹੈ ਤੇ ਆਪ ਵੀ ਬੜਾ ਖੁਸ਼ਕ ਹੁੰਦਾ। ਜੇ ਕਿਤੇ ਇਸ ਦੇ 2 ਪੱਤੇ ਮੂੰਹ ਦੇ ਵਿੱਚ ਪਾ ਲਈਏ ਨਾ ਤੇ ਮੂੰਹ ਇਤਨਾ ਖੁਸ਼ਕ ਹੋ ਜਾਂਦਾ ਹੈ ਕਿ ਮਨੁੱਖ ਦਾ ਜਿਹੜਾ ਹਲਕੇ ਸੁੱਕ ਜਾਂਦਾ ਤੇ ਉਹਦੇ ਮੂੰਹ ਚੋਂ ਸ਼ਬਦ ਨਹੀਂ ਨਿਕਲਦਾ, ਇਤਨਾ ਖੁਸ਼ਕ ਹੁੰਦਾ ਜੇ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਹ 2 ਰੁੱਖਾਂ ਦਾ ਜ਼ਿਕਰ ਦੇ ਕੇ ਸਾਨੂੰ ਇਹ ਦੱਸਦੇ ਨੇ, ਜਿਹੜੇ ਮਨੁੱਖ ਕੜੱਤਣ ਵਾਲੇ ਨੇ ਨਾ, ਅਰਿੰਡ ਦੀ ਤਰ੍ਹਾਂ, ਜਿਵੇਂ ਅਰਿੰਡ ਹੈ ਤੇ ਬੜਾ ਹੀ ਕੜੱਤਣ ਵਾਲਾ ਹੈ, ਬੜਾ ਹੀ ਕੌੜਾ ਹੈ, ਜਿਨ੍ਹਾਂ ਦਾ ਸੁਭਾਅ ਇਸ ਤਰ੍ਹਾਂ ਕੜੱਤਣ ਵਾਲਾ ਹੈ, ਬੜੇ ਕੌੜੇ ਨੇ, ਤੇ ਜਾਂ ਜਿਹੜੇ ਨਾਮ ਦੇ ਵੱਲੋਂ, ਸੇਵਾ ਵੱਲੋਂ, ਸਿਮਰਨ ਵੱਲੋਂ ਬਿਲਕੁਲ ਹੀ ਖੁਸ਼ਕ ਹੋ ਗਏ ਨੇ। ਸੰਗ ਹਰ ਬੁਹੀਆ ਇਹ ਨਾ ਕਈ ਬੂਟੀਆਂ ਹੁੰਦੀਆਂ ਨੇ, ਬੜੀਆਂ ਕਾਮਯਾਬ ਹੁੰਦੀਆਂ ਨੇ ਬੂਟੀਆਂ, ਉਹਨਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ। ਕਈ ਬੂਟੀਆਂ ਨੇ ਜਿਹੜੀਆਂ ਉਹ ਦਵਾਈਆਂ 'ਚ ਕੰਮ ਆਉਂਦੀਆਂ ਨੇ, ਕਈ ਬੂਟੀਆਂ ਨੇ ਜਿਹੜੀਆਂ ਉਹਨਾਂ ਤੋਂ ਰੰਗ ਆਦਿਕ ਵੀ ਤਿਆਰ ਹੁੰਦਾ, ਤੇ ਕਈ ਬੂਟੀਆਂ ਨੇ ਉਹਨਾਂ ਨੂੰ ਫੁੱਲ ਬੜੇ ਸੋਹਣੇ ਲੱਗਦੇ ਨੇ, ਲੋਕੀ ਉਹਨਾਂ ਨੂੰ ਘਰਾਂ ਦੇ ਵਿੱਚ ਲਾ ਲੈਂਦੇ ਨੇ ਫੁੱਲਾਂ ਦੇ ਵਾਸਤੇ। ਜਿਵੇਂ ਇਹਨਾਂ ਦੇ ਵਿੱਚ ਇੱਕ ਬੂਟੀ ਆ ਜਾਂਦੀ ਹੈ, ਅਸੀਂ ਇਹਨੂੰ ਦੁਪਹਿਰ ਖਿੜੀ ਕਹਿੰਦੇ ਆ। ਜਦੋਂ ਸੂਰਜ ਦੁਪਹਿਰ ਵੇਲਾ ਜੋ ਹੁੰਦਾ ਤੇ ਇਹਦੇ ਫੁੱਲ ਨਿਕਲਣ ਲੱਗ ਜਾਂਦੇ ਨੇ। ਆਪਣੇ ਨਿੰਮ ਦੇ ਥੱਲੇ ਪਿਛਲੇ ਸਾਲ ਤਾਂ ਲੱਗੀ ਸੀ, ਐਤਕੀ ਸ਼ਾਇਦ ਨਾ ਹੋਵੇ। ਇਸ ਤਰ੍ਹਾਂ ਦੀਆਂ ਬੂਟੀਆਂ ਨੇ ਜਿਹੜੀਆਂ, ਉਹਨਾਂ ਦੀ ਵਡਿਆਈ ਹੋ ਜਾਂਦੀ ਏ, ਜਿਹੜੇ ਅਰਿੰਡ ਤੇ ਪਲਾਸ ਵਰਗੇ ਸੁਭਾਅ ਵਾਲੇ ਨੇ। ਮੈਂ ਇੱਕ ਵਾਰੀ ਫਿਰ ਨਾ ਥੋੜ੍ਹਾ ਜਿਹਾ ਦੱਸ ਦਿਆਂ। ਮਿਲ ਸਤ ਸੰਗਤ, ਧੰਨ ਗੁਰੂ ਮਹਾਰਾਜ ਜੀ ਦੀ ਸਤ ਸੰਗਤ ਹੈ ਜਿਹੜੀ, ਜਦੋਂ ਅਸੀਂ ਸਤ ਸੰਗਤ ਦੇ ਵਿੱਚ ਮਿਲ ਕੇ ਬੈਠ ਜਾਂਦੇ ਹਾਂ, ਪਰਮ ਪਦ ਪਾਇਆ, ਉਦੋਂ ਵੱਡੀ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਵੱਡੀ ਪਦਵੀ ਕਿਹੜੀ ਹੈ ਕਿ ਜਿਹੜੀਆਂ ਬੂਟੀਆਂ ਦੇ ਵਿੱਚ ਚੰਗੇ ਗੁਣ ਨੇ ਤੇ ਉਹਨਾਂ ਨੂੰ ਜਿਹੜੇ ਵੈਦਿਕ ਲੋਕ ਨੇ ਉਹ ਲੱਭਦੇ ਫਿਰਦੇ ਨੇ, ਉਹਨਾਂ ਦੀ ਸੰਭਾਲ ਕਰਦੇ ਨੇ। ਜਿਨ੍ਹਾਂ ਬੂਟੀਆਂ ਦੇ ਵਿੱਚੋਂ ਚੰਗੀ ਸੁਗੰਧੀ ਆਉਂਦੀ ਹੈ ਉਹਨਾਂ ਨੂੰ ਅਸੀਂ ਗਮਲਿਆਂ ਦੇ ਵਿੱਚ ਘਰਾਂ 'ਚ ਲਾ ਲੈਂਦੇ ਹਾਂ। ਹੁਣ ਜਿਨ੍ਹਾਂ ਦੇ ਸੁਭਾਅ ਅਰਿੰਡ ਵਰਗੇ ਕੌੜੇ ਤੇ ਪਲਾਸ ਵਰਗੇ ਖੁਸ਼ਕ ਸਨ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਸੰਗਤ ਦਾ ਸਦਕਾ ਉਹਨਾਂ ਨੂੰ ਵੱਡੀ ਪਦਵੀ ਮਿਲ ਗਈ। ਉਹਨਾਂ ਗੁਰੂ ਸਵਾਰਿਆਂ ਨੂੰ ਆਮ ਲੋਕੀ ਹੁਣ ਲੱਭਦੇ ਫਿਰਦੇ ਜੇ, ਤੇ ਉਹਨਾਂ ਗੁਰੂ ਸਵਾਰਿਆਂ ਨੂੰ ਆਮ ਲੋਕ ਨੇ ਨਾ ਜਿਹੜੇ, ਉਹ ਆਪਣੇ ਘਰਾਂ ਦੇ ਵਿੱਚ ਵੀ ਥਾਂ ਦਿੰਦੇ ਨੇ ਵੀ ਤੁਸੀਂ ਸਾਡੇ ਘਰੇ ਚਰਨ ਪਾਓ, ਸਾਡੇ ਘਰ ਨੂੰ ਤੁਹਾਡੇ ਚਰਨਾਂ ਦੇ ਨਾਲ ਪਵਿੱਤਰਤਾਈ ਦੀ ਪ੍ਰਾਪਤੀ ਹੋ ਜਾਏਗੀ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਧੰਨ ਗੁਰੂ ਜੀ ਨੇ ਸੰਗਤ ਦੀ ਵਡਿਆਈ ਕੀਤੀ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ। ਸਤ ਸੰਗਤ ਦੇ ਵਿੱਚ ਆਣ ਕੇ ਸਭ ਤੋਂ ਵੱਡੀ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਹ ਵੱਡੀ ਪਦਵੀ ਹੈ ਜਿਹੜੀ, ਇਹ ਕੀ ਹੈ ਕਿ ਜਿਨ੍ਹਾਂ ਦੇ ਸੁਭਾਅ ਬੜੇ ਕੜੱਤਣ ਵਾਲੇ ਨੇ ਅਰਿੰਡ ਦੀ ਤਰ੍ਹਾਂ, ਤੇ ਜਿਹੜੇ ਅੰਦਰੋਂ ਬਿਲਕੁਲ ਹੀ ਖੁਸ਼ਕ ਨੇ, ਕਦੇ 1 ਰੁਪਈਆ ਵੀ ਦਾਨ ਨਹੀਂ ਕੀਤਾ, ਜਾਂ ਸੇਵਾ ਦੇ ਵੱਲੋਂ ਬੜੇ ਖੁਸ਼ਕ ਨੇ, ਗੁਰੂ ਘਰ ਦੀ ਕਦੀ ਸੇਵਾ ਨਹੀਂ ਕੀਤੀ, ਨਾਮ ਜਪਣ ਵੱਲੋਂ ਬੜੇ ਖੁਸ਼ਕ ਨੇ, ਕਦੇ ਨਾਮ ਨਹੀਂ ਜਪਿਆ। ਸਾਰੀਆਂ ਗੱਲਾਂ ਆਪ ਜੀ ਨੇ ਸਮਝ ਲੈਣੀਆਂ ਨੇ। ਸੰਗ ਹਰ ਬੁਹੀਆ, ਜਦੋਂ ਸੰਗਤ ਦੀ, ਵਾਹਿਗੁਰੂ ਦੇ ਨਾਮ ਦੀ ਸੰਗਤ ਕਰਦੇ ਨੇ, ਸੰਗਤ ਦੇ ਵਿੱਚ ਆਉਂਦੇ ਨੇ, ਤੇ ਫਿਰ ਗੁਰੂ ਕਿਰਪਾ ਕਰਦਾ, ਉਹਨਾਂ ਨੂੰ ਬੜੀਆਂ ਅਨਮੋਲ ਬੂਟੀਆਂ ਦੀ ਤਰ੍ਹਾਂ ਮਹਾਨ ਕਰ ਦਿੰਦਾ ਹੈ ਜੀ। ਜਪ ਜਗਨਨਾਥ ਜਗਦੀਸ਼ ਗਸਈਆ। ਇਹ ਰਹਾਉ ਵਾਲੀਆਂ ਤੁਕਾਂ ਨੇ। ਇਹਨਾਂ ਰਹਾਉ ਵਾਲੀਆਂ ਤੁਕਾਂ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਜਪ ਜਗੰਨਾਥ, ਜਗੰਨਾਥ ਜੋ ਜਗਤ ਦਾ ਮਾਲਕ ਹੈ। ਨਾਥ ਦਾ ਅਰਥ ਹੁੰਦਾ ਮਾਲਕ, ਜੋ ਸੰਸਾਰ ਦਾ ਮਾਲਕ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵਾਹਿਗੁਰੂ ਗੁਰ ਮੰਤਰ ਦਿੱਤਾ ਹੈ। ਵਾਹਿਗੁਰੂ ਜਗਤ ਦਾ ਮਾਲਕ ਹੈ, ਉਹਨੂੰ ਜਪਣਾ ਕਰ। ਜਗਦੀਸ਼ ਜੋ ਸਾਰਿਆਂ ਤੋਂ ਵੱਡਾ ਹੈ। ਗੁਸਈਆ ਜੋ ਸਾਡਾ ਸਾਰਿਆਂ ਦਾ ਮਾਲਕ ਹੈ ਜੀ। ਸ਼ਰਨ ਪਰੇ ਸੇ ਜਨ ਪਰੇ, ਜੋ ਪਹਿਲਾਦ ਉਧਾਰ ਸਮਈਆ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸਤ ਸੰਗਤ ਦੇ ਵਿੱਚ ਆਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਉਸ ਪਰਮਾਤਮਾ ਦੀ ਵਡਿਆਈ ਕੀਤੀ। ਉਹ ਜਗਤ ਦਾ ਮਾਲਕ ਹੈ, ਉਹ ਸਾਰਿਆਂ ਤੋਂ ਵੱਡਾ ਹੈ, ਤੇ ਸਾਡਾ ਉਹ ਖਸਮ ਹੈ। ਸਰਨ ਪਰੇ ਸਈ ਜਨ ਉਬਰੇ, ਜਿਹੜੇ ਗੁਰੂ ਦੀ ਸਰਨ ਦੇ ਵਿੱਚ ਪੈ ਗਏ ਨੇ ਉਹ ਗੁਰੂ ਸਵਾਰੇ ਬਚ ਰਹੇ ਨੇ। ਜੋ ਪ੍ਰਹਲਾਦ ਉਧਾਰ ਸਮਈਆ, ਗੁਰੂ ਮਹਾਰਾਜ ਜੀ ਨੇ ਅੱਗੇ ਇੱਕ ਹੋਰ ਦ੍ਰਿਸ਼ਟਾਂਤ ਦੇ ਨਾਲ ਸਾਨੂੰ ਸਮਝਾਣਾ ਕੀਤਾ। ਵੇਖੋ ਪ੍ਰਹਲਾਦ ਭਗਤ ਸਨ, ਜਿਵੇਂ ਉਹਨਾਂ ਨੇ ਨਾਮ ਜਪਿਆ ਸੀ,
ਤੇ ਨਾਮ ਜਪਣ ਕਰਕੇ ਉਹਨਾਂ ਦਾ ਉਧਾਰ ਹੋ ਗਿਆ। ਸਮਈਆ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਵੀ ਅਭੇਦ ਹੋ ਗਏ, ਮੁਕਤੀ ਵੀ ਹੋ ਗਈ ਤੇ ਸੰਸਾਰ ਦੇ ਵਿੱਚ ਵੀ ਉਹਨਾਂ ਦਾ ਉਧਾਰ ਹੋ ਗਿਆ, ਭਲਾ ਹੋ ਗਿਆ। ਉਸੇ ਤਰ੍ਹਾਂ ਹੇ ਗੁਰੂ ਸਵਾਰਿਆ, ਜੇ ਤੂੰ ਸਤ ਸੰਗਤ ਦੇ ਵਿੱਚ ਆਣ ਕੇ ਗੁਰੂ ਦੀ ਸ਼ਰਨ ਵਿੱਚ ਪੈ ਜਾਏਗਾ ਤੇ ਗੁਰੂ ਤੇਰੇ ਤੇ ਵੀ ਕਿਰਪਾ ਕਰੇਗਾ ਜੀ। ਰਹਾਉ ਭਾਰ 18 ਹੈ ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੁਈਆ। ਪਿਛਲੇ ਸ਼ਬਦ, ਇਹ ਸ਼ਬਦ ਦੀ ਪਿਛਲੀ ਪੌੜੀ, ਪਹਿਲੀ ਪੌੜੀ ਦੇ ਵਿੱਚ ਜੋ ਆਪਾਂ ਅਰਥ ਕਰਕੇ ਆਏ ਹਾਂ, ਧੰਨ ਗੁਰਬਾਣੀ, ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ, ਉਹਨਾਂ ਅਰਥਾਂ ਨੂੰ ਰਾਹੋਂ ਵਾਲੀਆਂ ਤੁਕਾਂ ਤੋਂ ਉਪਰੰਤ ਇੱਕ ਵਾਰੀ ਆਪਾਂ ਨੂੰ ਫਿਰ ਪੱਕਿਆਂ ਕਰਵਾ ਰਹੇ ਨੇ। ਜਦੋਂ ਧੰਨ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਵਾਰੀ-ਵਾਰੀ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਨੇ, ਫਿਰ ਉੱਥੇ ਇਹ ਸਮਝਿਆ ਜਾਂਦਾ ਹੈ ਜਿਵੇਂ ਇੱਕ ਬੱਚਾ ਹੈ ਉਹ ਬੇਸਮਝ ਹੈ ਤੇ ਉਸ ਦੇ ਪਿਤਾ ਜੀ ਉਹਨੂੰ ਸਮਝ ਵਾਲੀ ਗੱਲ ਹੈ ਜਿਹੜੀ ਉਹ ਵਾਰੀ-ਵਾਰੀ ਦੱਸਦੇ ਨੇ ਵੀ ਇਹ ਸਮਝ ਵਾਲੀ ਗੱਲ ਹੈ ਤੇ ਇਹ ਸਮਝ ਵਾਲੀ ਗੱਲ ਦੇ ਵਿੱਚ ਪੱਕਾ ਹੋ ਜਾਵੇ, ਦ੍ਰਿੜ ਹੋ ਜਾਵੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਪਿੱਛੇ ਸਾਨੂੰ ਦੱਸਿਆ ਸੀ, ਚੰਦਨ ਦੀ ਵਡਿਆਈ ਦਿੱਤੀ ਸੀ ਸਤ ਸੰਗਤ ਨੂੰ, ਵੀ ਸਤ ਸੰਗਤ ਜਿਹੜੀ ਇਹ ਚੰਦਨ ਦੀ ਤਰ੍ਹਾਂ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਨਾਮ ਦੀ ਸੁਗੰਧੀ ਆਪਣੀ ਸੰਗਤ ਦੇ ਵਿੱਚ ਭਰ ਦਿੰਦੇ ਨੇ। ਭਾਰ 18 ਹੈ ਮਹਿ ਚੰਦਨ, ਵਨਸਪਤੀ ਹੈ ਜਿਹੜੀ, ਇਹਨੂੰ 18 ਭਾਰ ਦੀ ਗਿਣਤੀ ਦੇ ਵਿੱਚ ਲਿਆਂਦਾ ਗਿਆ। ਕਿਆ ਮੰਨਿਆ ਜਾਂਦਾ ਹੈ ਕਿ ਜਦੋਂ ਹਰ ਇੱਕ ਰੁੱਖ ਦਾ ਇੱਕ ਪੱਤਾ ਤੋੜ ਕੇ ਤੇ ਵੱਡੀ ਪੰਡ ਬੰਨ੍ਹੀ ਜਾਵੇ ਤੇ ਇਸ ਦਾ ਵਜ਼ਨ 18 ਭਾਰ ਹੋ ਜਾਂਦਾ ਹੈ। ਸਾਰੀ ਵਨਸਪਤੀ ਜਿਹੜੀ, ਇਹਦੇ ਸਾਰੇ ਪੱਤਿਆਂ ਦੇ ਨਾਲ ਇਤਨਾ ਭਾਰ ਬਣਦਾ ਹੈ। ਇਸ ਕਰਕੇ ਵਨਸਪਤੀ ਨੂੰ 18 ਭਾਰ ਆਖ ਦਿੰਦੇ ਨੇ। ਭਾਰ 18 ਮੈਂ ਚੰਦਨ ਊਤਮ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਰੀ ਵਨਸਪਤੀ ਦੇ ਵਿੱਚੋਂ ਵੇਖੋ ਉੱਤਮ ਕੌਣ ਹੈ? ਚੰਦਨ। ਚੰਦਨ ਨਿਕਟ ਸਭ ਚੰਦਨ ਹੋਈਆ, ਤੇ ਚੰਦਨ ਉੱਤਮ ਹੈ। ਉੱਤਮ ਚੰਦਨ ਦੇ ਪਾਸ ਰਹਿਣ ਕਰਕੇ ਸਾਰਿਆਂ ਦੇ ਵਿੱਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ, ਸਾਰੇ ਚੰਦਨ ਦੀ ਸੁਗੰਧੀ ਵਾਲੇ ਹੋ ਜਾਂਦੇ ਨੇ। ਉਸੇ ਤਰ੍ਹਾਂ ਜਿਤਨਾ ਵੀ ਸੰਸਾਰ ਹੈ, ਇਸ ਦੇ ਅੰਦਰ ਜਿਤਨੇ ਵੀ ਪ੍ਰਾਣੀ ਮਾਤਰ ਮਨੁੱਖ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਜਿਹੜੀ, ਇਹ ਭਾਈ ਸੁਗੰਧੀ ਵਾਲੀ ਹੈ, ਨਾਮ ਦੀ ਸੁਗੰਧੀ ਵਾਲੀ। ਜਿਹੜਾ ਵੀ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ, ਪਾਵਨ ਨਾਮ ਦੇ ਨਾਲ ਜੁੜਦਾ ਹੈ, ਗੁਰੂ ਕਿਰਪਾ ਕਰਦਾ ਹੈ, ਉਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ ਜੀ। ਸਾਖਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਇਹ ਦੱਸਿਆ ਵੀ 18 ਭਾਰਸ ਜਿਹੜੀ ਵਨਸਪਤੀ ਹੈ, ਇਹਦੇ ਵਿੱਚੋਂ ਚੰਦਨ ਨੇ ਜਿਹੜਾ ਇਹ ਉੱਤਮ ਹੈ, ਤੇ ਚੰਦਨ ਦੀ ਸੁਗੰਧੀ ਹੈ ਜਿਹੜੀ ਇਹ ਸਾਰੀ ਵਨਸਪਤੀ ਦੇ ਵਿੱਚ ਆਉਣ ਲੱਗ ਜਾਂਦੀ ਹੈ। ਪਰ ਕੁਝ ਇੱਕ ਇਸ ਤਰ੍ਹਾਂ ਦੇ ਇਸ ਵਨਸਪਤੀ ਦੇ ਵਿੱਚ ਨੇ, ਜਿਵੇਂ ਵਾਂਸ ਹੈ, ਇਹਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ। ਵਾਂਸ ਜਿਹੜਾ, ਇਹਦੇ ਵਿੱਚੋਂ ਚੰਦਨ ਦੀ ਸੁਗੰਧੀ ਨਹੀਂ ਆਉਂਦੀ। ਇਹ ਭਾਵੇਂ ਚੰਦਨ ਦੇ ਬੂਟੇ ਦੇ ਬਿਲਕੁਲ ਕੋਲ ਹੋਵੇ। ਇੱਥੋਂ ਤੱਕ ਕਿ ਚੰਦਨ ਹੈ ਜਿਹੜਾ, ਜੇ ਵਾਂਸ ਦੇ ਵਿੱਚ ਵੀ ਉੱਗ ਆਉਂਦਾ ਨਾ, ਵਾਂਸ ਜਿਹੜਾ ਇਹ ਇੱਕ ਵੱਡੇ ਸਾਰੇ ਝੁੰਡ ਦੇ ਵਿੱਚ ਉੱਗਦਾ। ਜੇ ਕਿਤੇ ਚੰਦਨ ਦੇ ਵਿੱਚ ਵੀ ਉੱਗ ਪਵੇ ਨਾ, ਇਹਦੇ ਵਿੱਚ ਵੀ ਲਾ ਦਈਏ ਚੰਦਨ ਨੂੰ, ਤੇ ਵਾਂਸ ਦੇ ਵਿੱਚੋਂ ਸੁਗੰਧੀ ਫਿਰ ਵੀ ਨਹੀਂ ਜੇ ਆਉਂਦੀ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇੱਥੇ ਦੱਸਦੇ ਨੇ, ਸਾਕਤ ਕੂੜੇ ਊਬ ਸੁਖ ਹੋਏ। ਸਾਕਤ ਉਹਨੂੰ ਆਖਿਆ ਜਾਂਦਾ ਜਿਹਦੇ ਅੰਦਰ ਸ਼ਰਧਾ ਨਾ ਹੋਵੇ, ਅਸੀਂ ਨਾਸਤਕ ਆਖ ਦਿੰਦੇ ਹਾਂ। ਸਾਕਤ ਉਹ ਮਨੁੱਖ ਹੈ ਜਿਹੜਾ ਮਨੁੱਖ ਨਾਸਤਕ ਹੈ, ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ। ਇੱਕ ਤਾਂ ਉਹਦੇ ਉੱਤੇ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੇ ਨਾਮ ਦੀ ਜਿਹੜੀ ਹੈ ਇਹ ਕਿਰਪਾ ਨਹੀਂ ਹੁੰਦੀ, ਕੂੜੇ। ਤੇ ਦੂਜਾ ਜਿਹੜਾ ਝੂਠਾ ਇੱਥੇ ਬੈਠਾ, ਜਿਵੇਂ ਪ੍ਰਾਰੰਭਤਾ ਦੇ ਵਿੱਚ ਦਾਸ ਨੇ ਬੇਨਤੀ ਕਰ ਦਿੱਤੀ ਸੀ, ਇੱਕ ਸੰਗਤ ਦਾ ਇਕੱਠ ਹੋ ਰਿਹਾ। ਹੁਣ ਸੰਗਤ ਦੇ ਇਕੱਠ ਦੇ ਵਿੱਚ ਇੱਕ ਗੁਰੂ ਸਵਾਰਾ ਭਾਵਨਾ ਵਾਲਾ ਹੈ, ਉਹ ਭਾਵਨਾ ਦੇ ਨਾਲ ਸੰਗਤ ਦੇ ਵਿੱਚ ਆਇਆ ਤੇ ਉਹਦੇ ਤੇ ਕਿਰਪਾ ਹੋ ਜਾਣੀ ਹੈ। ਤੇ ਜਿਹੜਾ ਝੂਠਾ ਭਾਵ ਜੇਬ ਕਤਰਾ ਜਾਂ ਕੁਝ ਹੋਰ ਚੱਕਣ ਧਰਨ ਲਈ ਉੱਥੇ ਆਇਆ ਨਾ, ਇਹ ਝੂਠਾ ਹੈ, ਇਹਦੇ ਤੇ ਵੀ ਕਿਰਪਾ ਨਹੀਂ ਹੋਏਗੀ। ਸਾਕਤ ਕੂੜੇ, ਇੱਕ ਤਾਂ ਨਾਸਤਕ ਜਿਹੜਾ ਰੱਬ ਨੂੰ ਨਹੀਂ ਮੰਨਣ ਵਾਲਾ, ਤੇ ਦੂਜਾ ਭਾਈ ਜਿਹੜਾ ਇੱਥੇ ਕੁਝ ਚੱਕਣ ਧਰਨ ਵਾਸਤੇ ਆਇਆ ਨਾ, ਉਹਦੇ ਤੇ ਵੀ ਕਿਰਪਾ ਨਹੀਂ ਹੁੰਦੀ। ਇਹ ਸੰਗਤ ਦੇ ਵਿੱਚ ਜ਼ਰੂਰ ਆਇਆ ਪਰ ਹੈ ਝੂਠਾ।
ਊਬ ਸੁੱਖ ਉਹਨੂੰ ਕਹਿੰਦੇ ਨੇ ਜਿਹੜਾ ਖੜ ਸੁੱਕ ਹੋ ਗਿਆ ਹੈ। ਜਿਹੜਾ ਖੜ ਸੁੱਕ ਹੋਵੇ ਨਾ, ਉਹਦੇ ਹਰੇ ਹੋਣ ਦੀ ਫਿਰ ਉਮੀਦ ਜਿਹੜੀ ਬੜੀ ਘਟ ਜਾਂਦੀ ਹੈ। ਊਬ ਸੁੱਖ। ਦੂਸਰਾ ਜਿਹੜਾ ਖੜ ਸੁੱਕ ਹੋ ਗਿਆ ਹੈ ਹੋਏ ਮਨ ਅਭਿਮਾਨ, ਤੇ ਇਹ ਖੜ ਸੁੱਕ ਕੇ ਜਿਹੜਾ ਇੱਕ ਇਹਦੇ ਤੇ ਚੌਥਾ ਜਿਹੜਾ ਗਿਣਿਆ ਨਾ, ਜਿੰਦੇ ਮਨ ਦੇ ਵਿੱਚ ਹੰਕਾਰ ਹੈ, ਹੰਕਾਰੀ ਮਨੁੱਖ, ਤੇ ਜਿਹੜਾ ਸੇਵਾ ਵੱਲੋਂ ਵੀ ਸੁੱਕਾ ਪਿਆ ਖੁਸ਼ ਹੋ ਗਿਆ, ਤੇ ਸਿਮਰਨ ਵੱਲੋਂ ਵੀ ਸੁੱਕ ਗਿਆ, ਖੜ ਸੁੱਕ ਜਾ ਹੋ ਗਿਆ, ਤੇ ਝੂਠਾ ਤੇ ਨਾਸਤਕ, ਇਹ ਚਾਰ ਮਨੁੱਖ ਨੇ ਜਿਹੜੇ ਇਹਨਾਂ ਦੇ ਉੱਤੇ ਸੰਗਤ ਦੀ ਕਿਰਪਾ ਨਹੀਂ ਜਿਉਂਦੀ। ਮੈਂ ਇੱਕ ਵਾਰੀ ਫਿਰ ਨਾ ਥੋੜੀ ਜਿਹੀ ਮਿਹਨਤ ਕਰਦਿਆਂ ਤਾਂ ਕਿ ਆਪ ਜੀ ਸੰਗਤਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਪੂਰਨ ਸਮਝ ਆ ਜਾਵੇ। ਧੰਨ ਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਜੀ ਪਾਵਨ ਸ਼ਬਦ ਦੇ ਅੰਦਰ ਸਾਨੂੰ ਦੱਸਦੇ ਨੇ ਵੀ ਸਤ ਸੰਗਤ ਹੈ ਜਿਹੜੀ, ਇਹਦੇ ਵਿੱਚ ਜਿਹੜਾ ਗੁਰਮੁਖ ਪਿਆਰਾ ਆ ਜਾਵੇ ਉਹਦੇ ਤੇ ਕਿਰਪਾ ਹੋ ਜਾਂਦੀ ਏ। ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਨਾਮ ਦੀ ਸੁਗੰਧੀ ਏ, ਤੇ ਉਸ ਦੇ ਵਿੱਚੋਂ ਵੀ ਨਾਮ ਦੀ ਸੁਗੰਧੀ ਆਉਣ ਲੱਗ ਜਾਂਦੀ ਏ। ਤੇ ਇਸ ਤਰ੍ਹਾਂ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਿੱਥੇ ਨਾਮ ਦੀ ਸੁਗੰਧੀ ਆਉਂਦੀ ਏ ਉੱਥੇ ਫਿਰ ਭਾਈ ਸੁਭਾਅ ਜਿਹੜਾ ਗੁਰੂ ਸਵਾਰਿਆਂ ਦਾ, ਇਹ ਵੀ ਬੜਾ ਸ਼ੁੱਧ ਤੇ ਪਵਿੱਤਰ ਹੋ ਜਾਂਦਾ ਹੈ। ਅੱਗੇ ਸੱਚੇ ਸਤਿਗੁਰ ਇੱਕ ਹੋਰ ਨੁਕਤੇ ਦੇ ਨਾਲ ਦੱਸਦੇ ਨੇ, ਭਾਰ 18 ਮੈਂ ਚੰਦਨ ਊਤਮ। 18 ਭਾਰ ਬਨਸਪਤੀ ਦੇ ਵਿੱਚੋਂ ਚੰਦਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ। ਇਹ 52 ਚੰਦਨ ਦੀ ਗੱਲ ਏ, ਇਹਦੇ ਵਿੱਚੋਂ ਬੜੀ ਸੁਗੰਧੀ ਹੁੰਦੀ ਹੈ। ਚੰਦਨ ਨਿਕਟ ਸਭ ਚੰਦਨ ਹੋਈਆ, ਜਿਹੜਾ ਚੰਦਨ ਦੇ ਕੋਲ ਹੋਵੇ ਨਾ ਉਹ ਸਾਰੇ ਚੰਦਨ ਰੂਪ ਹੋ ਜਾਂਦੇ ਨੇ, ਪਰ ਵਾਸ ਨਹੀਂ ਜੇ ਹੁੰਦਾ। ਜਿਵੇਂ ਚੰਦਨ ਦੀ ਸੁਗੰਧੀ ਤੋਂ ਵਾਸ ਸੰਖਣਾ ਰਹਿ ਜਾਂਦਾ ਹੈ, ਇਸੇ ਤਰ੍ਹਾਂ ਸੰਗਤ ਦੇ ਵਿੱਚ ਆਣ ਕੇ ਸਾਕਤ, ਕੂੜੇ, ਊਬ ਸੁੱਖ, ਮਨ ਅਭਿਮਾਨ, ਇਹ ਚਾਰ ਜਿਹੜੇ ਨੇ ਨਾ, ਇਹਨਾਂ ਦੇ ਵਿੱਚ ਵੀ ਨਾਮ ਦੀ ਸੁਗੰਧੀ ਨਹੀਂ ਆਏਗੀ। ਸਾਕਤ ਨਾਸਤਕ, ਜਿਹੜਾ ਰੱਬ ਨੂੰ ਨਹੀਂ ਮੰਨਣ ਵਾਲਾ। ਕੂੜੇ, ਜਿਹੜੇ ਇੱਥੇ ਝੂਠ ਧਾਰਨ ਕਰਕੇ ਆਏ ਨੇ। ਊਬ ਸੁੱਖ, ਜਿਹੜੇ ਖੁਸ਼ਕ ਹੋ ਗਏ ਨੇ, ਖੜ ਸੁੱਕ ਹੋ ਗਏ ਨੇ। ਮਨ ਅਭਿਮਾਨ, ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਹੈ। ਇਹ ਚਾਰ ਮਨੁੱਖ ਨੇ ਜਿਹੜੇ, ਇਹਨਾਂ ਦੇ ਉੱਤੇ ਸੰਗਤ ਦੀ ਕਿਰਪਾ ਨਹੀਂ ਹੋਏਗੀ। ਫਿਰ ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਵਿਛੜ ਦੂਰ ਗਈਆ, ਇਹ ਸੰਗਤ ਦੇ ਨਾਲੋਂ ਵਿਛੜ ਜਾਣਗੇ, ਤੇ ਸੰਗਤ ਦੇ ਨਾਲੋਂ ਵਿਛੜ ਕੇ ਫਿਰ ਜੂਨਾਂ ਦੇ ਵਿੱਚ ਕਿਤੇ ਦੂਰ ਜਾ ਪੈਣਗੇ ਜੀ। ਹਰ ਗਤ ਮਿਤ ਕਰਤਾ ਆਪੇ ਜਾਣੈ, ਸਭ ਵਿਦ ਹਰ ਹਰ ਆਪ ਬਨਈਆ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹਰੀ ਪਰਮਾਤਮਾ ਆਪ ਹੀ ਸਾਰਿਆਂ ਦੀ ਮਰਿਆਦਾ ਨੂੰ ਜਾਣਦਾ ਹੈ, ਤੇ ਆਪ ਹੀ ਉਹਨੇ ਸਾਰਿਆਂ ਨੂੰ ਮਰਿਆਦਾ ਦੇ ਵਿੱਚ ਬੰਨ੍ਹਿਆ ਹੈ। ਸਭ ਵਿਦ ਹਰ ਹਰ ਆਪ ਬਣਾਈਆ, ਸਾਰੀਆਂ ਵਿਧੀਆਂ ਦੇ ਵਿਦਵਾਨ ਨੇ ਨਾ ਜਿਹੜੇ, ਉਹ ਪ੍ਰਭੂ ਪਰਮਾਤਮਾ ਨੇ ਆਪ ਹੀ ਬਣਾਏ ਹੋਏ ਨੇ, ਤੇ ਆਪ ਹੀ ਆਪ ਦੀ ਮਰਿਆਦਾ ਨੂੰ ਉਹ ਜਾਣਨ ਵਾਲਾ ਹੈ ਜੀ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਤੁਰ ਲਿਖਿਆ ਸੋ ਮਿਟੈ ਨ ਮਿਟਈਆ। ਜਿੰਦੇ ਤੇ ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਹੋ ਜਾਵੇ, ਜਿਹੜਾ ਗੁਰੂ ਵਾਲਾ ਹੋ ਜਾਵੇ, ਉਹ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਜੋ ਤੁਰ ਲਿਖਿਆ ਸੋ ਮਿਟੇ ਨਾ ਮਟਈਆ, ਪਰ ਧੁਰ ਦਰਗਾਹ ਤੋਂ ਜਿਹੜਾ ਲਿਖਿਆ ਨਾ, ਇਹ ਮਿਟਦਾ ਨਹੀਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਧੁਰ ਦਰਗਾਹ ਦਾ ਲਿਖਿਆ ਜਿਹੜਾ, ਇਹ ਮਿਟਦਾ ਨਹੀਂ। ਤੇ ਜਿੰਦੇ ਤੇ ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਹੋ ਜਾਵੇ, ਉਹ ਫਿਰ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ। ਆਪ ਸੰਗਤਾਂ ਦਾ ਸਰਵਣ ਕੀਤਾ ਗੁਰੂ ਜੀ ਸਫਲ ਕਰਨ। ਸੱਚੇ ਸਤਿਗੁਰ ਦੁਆਰਾ ਬਖਸ਼ਿਸ਼ ਕੀਤੀ ਹੋਈ ਗਿਆਨ ਦੀ ਦਾਤ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਵੇ। ਅਸੀਂ ਵੀ ਨਾਮ ਦੀ ਸੁਗੰਧੀ ਵਾਲੇ ਹੋ ਜਾਈਏ। ਦੇਹੋ ਸੱਜਣ ਆਸੀਸ ਰੀਆ, ਜੋ ਹੋਵੇ ਸਾਹਿਬ ਸਿਉ ਮੇਲ।